एक बार फिर तो ਤੁਹਾਡਾ ਸਵਾਗਤ ਹੈ। ਅੱਜ ਪ੍ਰਾਈਮ ਟਾਈਮ ਦੇ ਵਿੱਚ ਅਸੀਂ ਚਰਚਾ ਕਰ ਰਹੇ ਹਾਂ ਜੋ ਤਕਰਾਰ ਹੋਈ ਹੈ ਸੰਸਦ ਭਵਨ ਦੇ ਬਾਹਰ ਰਮਨੀਤ ਬਿੱਟੂ ਅਤੇ ਹਰਸਿਮਰਤ ਕੌਰ ਬਾਦਲ ਦੇ ਵਿਚਾਲੇ ਤੇ ਚਰਚਾ ਇਸ ਕਰਕੇ ਵੀ ਹੋਣੀ ਜ਼ਰੂਰੀ ਹੈ ਕਿ ਇਸ ਦਾ ਫਾਇਦਾ ਨੁਕਸਾਨ ਕੀ ਵਾਕਈ ਕੋਈ ਫਾਇਦਾ ਹੋਏਗਾ ਇਸ ਤਕਰਾਰ ਦਾ ਕਿਸਾਨੀ ਅੰਦੋਲਨ ਨੂੰ ਇਸ ਕਿਸਾਨੀ ਅੰਦੋਲਨ ਦੇ ਵਿਚਾਲੇ ਇਸ ਤਕਰਾਰ ਦਾ ਕਿ ਨੁਕਸਾਨ ਹੋ ਸਕਦਾ ਹੈ ਕਿਸਾਨੀ ਅੰਦੋਲਨ ਨੂੰ ਜਾਂ ਕਿਸਾਨਾਂ ਦੇ ਉਸ ਪਬਲਿਕ ਵਿਪ ਨੂੰ ਵੀ ਜਿਸ ਦੇ ਵਿੱਚ ਉਹ ਕਹਿ ਰਹੇ ਸੀ ਕਿ ਸਾਰੇ ਵਿਰੋਧੀ ਪਾਰਟੀਆਂ ਅੰਦਰ ਰਹਿਣ ਇਸ ਦੇ ਉੱਤੇ ਗੱਲਬਾਤ ਅੱਜ ਅਸੀਂ ਕਰ ਰਹੇ ਹਾਂ। इस सेगमेंट की शुरुआत करेंगे साडे नाल प्रिंस खुलर जी ते गरेवाल साहब लगातार जुड़े हुए ने। खुलर साहब शुरुआत तुहाडे तो देखो बहुत क्लीयर है जी कि लोकतंत्र दे विच कहा जाता है कि जो ओपोजिशन है स्ट्रोंग ओपोजिशन एक प्रैशर ग्रुप का काम करती है तो होनी बहुत जरूरी है। स्प्लिट ओपोजिशन तुहानूं नहीं लगता कि कमजोर हो रहा है खेती कानूनों के खिलाफ जे किसान कहते हैं कि विरोधी एकजुट होण पर यह तकरार तो लग रहा है कि एकजुटता होने वाले कोई आसार ही नहीं है। नहीं गौरव जी देखो मैं पहले ही तुहानूं जदों आपां पहलों डिस्कस कर रहे सी उदों ही कहा कि असीं सारियां पार्टियां नूं नाल लैके चल रहे हैं। साडी वल्लों कोई साडे मन च इहो जी गल नहीं हैगी कोई इहनूं आपां पोलीटिकल नहीं देख रहे ना कोई इन्हां नूं आपां कोई वोटां नाल जोड़ रहे हैं। साडा इक्को एक कांग्रेस पार्टी दा मोटिव है कि ਜਿਹੜੇ ਇਹ ਕਾਲੇ ਕਾਨੂੰਨ ਨੇ ਇਹ ਰੱਦ ਹੋਣੇ ਚਾਹੀਦੇ ਨੇ। ਬਾਕੀ ਸਾਰੀਆਂ ਜਿਹੜੀਆਂ ਗੈਰ ਬੀਜੇਪੀ ਵਾਲੇ ਸ਼ਾਸਿਤ ਪ੍ਰਦੇਸ਼ ਨੇ ਜਾਂ ਪਾਰਟੀਆਂ ਨੇ ਉਹ ਸਾਰੀਆਂ ਸਾਡੇ ਨਾਲ ਕਾਂਗਰਸ ਪ੍ਰੈਜ਼ੀਡੈਂਟ ਸ਼੍ਰੀਮਤੀ ਸੋਨੀਆ ਗਾਂਧੀ ਰਾਹੁਲ ਗਾਂਧੀ ਜੀ ਸਾਰਿਆਂ ਨਾਲ ਟਾਈ ਆਪਣੇ ਸਾਰੇ ਇਹਨਾਂ ਦੇ ਉਲਟਵਾਦ ਚੁੱਕ ਰਹੇ ਆ। ਅਸੀਂ ਨਹੀਂ ਇਹਨਾਂ ਸਰ ਇਕਜੁੱਟ ਨਹੀਂ ਹੈ ਸਰ ਇਕਜੁੱਟ ਨਹੀਂ ਹੈ एकजुट नहीं है। तुसी कह रहे हो ਅਸੀਂ ਨਾਲ ਲੈ ਕੇ ਚੱਲਾਂਗੇ पर ਨਾਲ ਲੈ ਕੇ ਚੱਲਣ ਵਾਲੀ ਕੋਈ ਗੱਲ ਨਹੀਂ ਹੈ। मैं गरेवाल साहब ਨੂੰ ਇਹ ਸਵਾਲ ਕਰੂੰਗਾ पर देखो कांग्रेस की वाकई सब तो बड़ी पार्टी तो है एक पुरानी पार्टी है 10 साल तो सत्ता दे विच रहे हो। नहीं ਅਸੀਂ ਤੇ गौरव जी जिन्ने मैं ਤੈਨੂੰ ਪਹਿਲਾਂ ਕਿਹਾ ਜੀ ਅਸੀਂ ਜਿੰਨੇ ਸਾਡੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਰਾਜ ਸਭਾ ਚ ਨੇ ਲੋਕ ਸਭਾ ਚ ਨੇ ਅਸੀਂ ਸਾਰੇ ਇਕਜੁੱਟ ਹਾਂ। ਅਸੀਂ ਤੇ ਬਾਕੀ ਪਾਰਟੀਆਂ ਨੂੰ ਵੀ ਹਰ ਰੋਜ਼ ਅਪੀਲ ਕਰਦੇ ਹਾਂ ਕਿ ਤੁਸੀਂ ਸਾਡਾ ਸਾਥ ਦਿਓ। ਆਪਾਂ ਇਹ ਜਿਹੜੇ ਕਾਲੇ ਕਾਨੂੰਨ ਨੇ ਇਹਨਾਂ ਨੇ ਹੰਕਾਰੀ ਸਰਕਾਰ ਤੋਂ ਰੱਦ ਕਰਵਾ ਕੇ ਇਹ ਜਿਹੜੇ ਵਿਚਾਰੇ ਬੈਠੇ ਨੇ ਲੋਕ ਸਾਡੇ ਇਹਨਾਂ ਨੂੰ ਵਾਪਸ ਘਰਾਂ ਨੂੰ ਭੇਜੀਏ। ਅਸੀਂ ਤੇ ਇਸ ਗੱਲ ਤੇ ਇੱਕਮਤ ਆ ਸਾਡੇ ਤੇ ਕੋਈ ਡਿਫਰੈਂਸ ਆਫ ਓਪੀਨੀਅਨ ਇਹਦੇ ਚ ਹੈ ਹੀ ਨਹੀਂ ਹੈ। नहीं सर हो नहीं ना रहा। मैं तो वही सवाल कर रहे हैं कि हो नहीं रहा इकट्ठे हो नहीं रहे। किसान आज देख रहे होंगे इस वीडियो ਨੂੰ किसान देख रहे होंगे तो लगता कि वो कहने कि हाँ ये इकट्ठे हैं कोई गल नहीं बहस होगी फिर की होगा। नहीं गौरव जी नहीं गौरव जी मैं ਤੈਨੂੰ ਦੱਸੋ एक गल ਦੱਸਦੇ ਆ ਬੜੀ ਜ਼ਿੰਮੇਵਾਰੀ ਨਾਲ ਸਾਡੇ ਮਨਾਂ 'ਚ ਕੋਈ ਇਹੋ ਜੀ ਨੀਅਤ 'ਚ ਕੋਈ ਕਮੀ ਨਹੀਂ ਹੈਗੀ। ਹੁਣ ਜੇ ਕੋਈ ਵਿਰੋਧੀ ਪਾਰਟੀ ਕੁਝ ਆਪਣਾ ਵਿੱਚੋਂ ਫਾਇਦਾ ਸੋਚਦੀਆਂ ਨੇ ਉਹਦਾ ਤੇ ਮੈਂ ਜਵਾਬ ਨਹੀਂ ਦੇ ਸਕਦਾ। गरेवाल साहब ਤੁਹਾਨੂੰ ਕੀ ਫਾਇਦਾ ਨਜ਼ਰ ਆ ਰਿਹਾ? ਨਹੀਂ गरेवाल मैं एक मिनट ਤੁਹਾਡੇ ਕੋਲ ਵਾਪਸ ਆਉਣਾ। गरेवाल साहब देखो बहुत सीधा जिहा सवाल है। मैं पहला किहा सी कि ਜਦੋਂ ਕਾਂਗਰਸ ਮੀਟਿੰਗ ਸੱਦਦੀ ਹੈ ਤੁਸੀਂ ਨਹੀਂ ਜਾਂਦੇ ਜਦੋਂ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਕਾਂਗਰਸ ਵਾਲਿਆਂ ਨੂੰ ਸੱਦਦੇ ਹੋ ਉਹ ਨਹੀਂ ਆਉਂਦੇ ਇੱਕ ਅੱਧਾ ਕੋਈ ਆ ਗਿਆ ਗੱਲ ਵੱਖਰੀ ਹੈ ਪਰ ਇਹ ਤਾਂ ਇਕਜੁੱਟਤਾ ਤਾਂ ਨਹੀਂ ਹੋ ਰਹੀ। ਇਹ ਜੇ ਤਕਰਾਰ ਹੋਈ ਹੈ ਤਕਰਾਰ ਨੂੰ ਤੁਸੀਂ ਕੁਝ ਵੀ ਨਾਮ ਦਵੋ ਪਰ ਇਸ ਦਾ ਰਿਜ਼ਲਟ ਇਹ ਹੈ ਕਿ ਸਪਲਿਟ ਹੈ ਸਾਫ਼ ਤੌਰ ਤੇ ਦਿਖਦੀ ਹੈ ਵਿਰੋਧੀ ਧਿਰਾਂ। ਗੌਰਵ ਜੀ ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਵੀ ਸਪਸ਼ਟ ਕੀਤੀ ਸੀ ਹੁਣ ਮੈਂ ਫੇਰ ਕਰ ਦਵਾਂ ਕਿ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੇ ਦਿੱਲੀ ਦੇ ਕਤਲੇਆਮ ਤੋਂ ਬਾਅਦ ਅਕਾਲੀ ਦਲ ਕਾਂਗਰਸ ਨਾਲ ਕਦੇ ਸਾਂਝ ਨਹੀਂ ਪਾ ਸਕਦਾ ਪਰ ਅਸੀਂ ਇਹ ਫੈਸਲਾ ਕੀਤਾ ਸੀਗਾ ਕਿ ਫਾਰਮਰ ਇਸ਼ੂ ਤੇ ਅਸੀਂ ਕਾਂਗਰਸ ਨੂੰ ਸਪੋਰਟ ਕਰਨ ਨੂੰ ਤਿਆਰ ਹਾਂ ਬਸ਼ਰਤ ਕਿ ਕਾਂਗਰਸ ਇਮਾਨਦਾਰੀ ਨਾਲ ਇਹ ਬਿੱਲਾਂ ਨੂੰ ਖਤਮ ਕਰਾਉਣ ਲਈ ਕੰਮ ਕਰੇ। ਦੇਖੋ ਮੈਂ ਇੱਕ ਗੱਲ ਮੇਰੀ ਗੱਲ ਦਾ ਤੁਸੀਂ ਮੇਰੇ ਨਾਲ ਐਗਰੀ ਕਰੋਗੇ ਕਿਉਂਕਿ ਬੜੇ ਫੇਅਰ ਜਰਨਲਿਸਟ ਹੋ। ਦੋਨੋਂ ਨੈਸ਼ਨਲ ਪਾਰਟੀਆਂ बीजेपी ਤੇ ਕਾਂਗਰਸ ਵਿੱਚੋਂ ਸਾਫ਼ ਨਹੀਂ ਦਿਲਾਂ ਤੋਂ ਜਦ ਕਾਂਗਰਸ 2011 ਚ ਪਾਵਰ ਸੀ ਤੇ ਮਿਸਟਰ ਕਪਲ ਸਿੱਬਲ ਨੇ ਇਹ ਬਿੱਲਾਂ ਦੀ ਜਿਹੜੀ ਵਕਾਲਤ ਕੀਤੀ ਉਹ ਵੀਡੀਓ ਸਾਰੇ ਵਾਇਰਲ ਹੋਈ ਹੈ ਤੇ ਬੀਜੇਪੀ ਨੇ ਉਦੋਂ ਅਪੋਜ਼ ਕੀਤੇ ਨੇ। ਸੁਸ਼ਮਾ ਜੀ ਦੀ ਤੇ ਅਰੁਣ ਜੇਟਲੀ ਦੀ ਵੀਡੀਓ ਵੀ ਵਾਇਰਲ ਹੋਈ ਹੈ। ਨਰਿੰਦਰ ਮੋਦੀ ਜੀ ਨੇ ਚੀਫ ਮਿਨਿਸਟਰ ਆਫ ਗੁਜਰਾਤ ਜਿਹੜੀ ਚਿੱਠੀ ਸਰਦਾਰ ਮਨਮੋਹਨ ਸਿੰਘ ਨੂੰ ਲਿਖੀ ਕਿ MSP ਨੂੰ ਕਾਨੂੰਨੀ ਦਰਜਾ ਦਿਓ ਅੱਜ ਮੋਦੀ ਸਾਹਿਬ ਆਪ ਪ੍ਰਾਈਮ ਮਿਨਿਸਟਰ ਬਣ ਕੇ ਕਿਉਂ ਨਹੀਂ ਦੇ ਰਹੇ। ਪ੍ਰੋਬਲਮ ਬੜੀ ਸਪਸ਼ਟ ਹੈ ਕਿ ਦੋਨੋਂ ਨੈਸ਼ਨਲ ਪਾਰਟੀ ਦੇ ਕਾਨੂੰਨ ਬਣਾਉਣ ਦੇ ਹੱਕ 'ਚ ਹੈ। ਕਾਂਗਰਸ ਉਦੋਂ ਕੋਲੀਸ਼ਨ ਗਵਰਨਮੈਂਟ ਹੋਣ ਕਰਕੇ ਸਪੋਰਟ ਮਸਟਰ ਨਹੀਂ ਕਰ ਸਕੀ ਉਹ ਬਿੱਲ ਫੇਲ ਹੋ ਗਏ। ਨਹੀਂ ਮੈਂ ਮਾਫੀ ਚਾਹੁੰਦਾ ਵਿਚਾਲੇ ਰੁਕ ਰਹੇ ਨਹੀਂ ਦੇਖੋ ਤੁਸੀਂ ਇੱਕ ਗੱਲ ਤਾਂ ਤੁਸੀਂ ਮੰਨੋਗੇ ਕਿ ਜਦੋਂ ਕਾਂਗਰਸ ਨੇ ਮੀਟਿੰਗ ਸੱਦੀ ਤੁਸੀਂ ਨਹੀਂ ਗਏ ਤੁਸੀਂ ਕਹਿ ਰਹੇ ਹੋ ਕਿ ਅਸੀਂ ਪੁਆਇੰਟ ਦੇ ਉੱਤੇ ਇਸ ਪੁਆਇੰਟ ਦੇ ਉੱਤੇ ਕਾਂਗਰਸ ਨਾਲ ਖੜਨ ਨੂੰ ਤਿਆਰ ਹਾਂ ਜੇ ਇਕਜੁੱਟ ਹੁੰਦੇ ਨੇ। ਜੇ ਤੁਹਾਨੂੰ ਲੱਗਦਾ ਕਿ ਉਹ ਪੈਗਾਸਸ ਜਾਸੂਸੀ ਵਿਵਾਦ ਦੇ ਉੱਤੇ ਹੀ ਗੱਲ ਕਰਨੀ ਸੀ ਤੁਸੀਂ ਚਲੇ ਜਾਂਦੇ। ਉੱਥੇ ਸਾਰੀਆਂ ਪਾਰਟੀਆਂ ਸੀ ਉੱਥੇ ਐਨਸੀਪੀ ਉੱਥੇ ਐਸਪੀਸੀ ਆਰਜੇਡੀ ਤੁਸੀਂ ਵੀ ਜਾ ਕੇ ਕਹਿੰਦੇ ਕਿ ਨਹੀਂ ਇਹ ਤੁਸੀਂ ਗਲਤ ਕਰ ਰਹੇ ਹੋ ਇਸ ਪੁਆਇੰਟ ਤੇ ਰਹੋ। ਦੇਖੋ ਅਸੀਂ ਬਿਲਕੁਲ ਕਾਂਗਰਸ ਨਾਲ ਕਿਸੇ ਹੋਰ ਇਸ਼ੂ ਤੇ ਸਾਂਝ ਨਹੀਂ ਪਾ ਸਕਦੇ ਐਕਸੈਪਟ ਫਾਰਮਰਸ ਦੇਖੋ ਬੜੀ ਸਪਸ਼ਟ ਗੱਲ ਹੈ
ਕਿ ਜਿਹਦੇ ਹੱਥਾਂ 'ਚ ਅੱਜ ਵੀ ਬੇਗੁਨਾਹ ਸਿੱਖਾਂ ਦਾ ਕਾਨੂੰਨ ਖੂਨ ਡੁੱਲ ਰਿਹਾ ਹੈਗਾ, ਉਸ ਪਾਰਟੀ ਨਾਲ ਅਸੀਂ ਸਾਂਝ ਨਹੀਂ ਪਾ ਸਕਦੇ। ਪਰ ਕਿਸਾਨੀ ਮਸਲੇ ਤਾਂ ਅਸੀਂ ਤਿਆਰ ਹਾਂ। ਬੀਬਾ ਹਰਸਿਮਰਤ ਕੌਰ ਨੇ ਪ੍ਰੈਜ਼ੀਡੈਂਟ ਮਿਲਣ ਲਈ 8 ਪਾਰਟੀਆਂ ਦੇ ਨੁਮਾਇੰਦੇ ਨਾਲ ਲੈ ਲਏ, 8 ਪਾਰਟੀਆਂ ਨੇ ਦਸਤਖਤ ਕੀਤੇ। ਕਾਂਗਰਸ ਨੇ ਕਿਉਂ ਜਵਾਬ ਦਿੱਤਾ? ਮਤਲਬ ਤੁਸੀਂ ਕਾਂਗਰਸ ਨੂੰ ਇਨਵਾਈਟ ਕੀਤਾ ਸੀ? ਹਾਂ ਕੀਤਾ ਸੀ। ਬੀਬਾ ਹਰਸਿਮਰਤ ਨੇ ਸਪੈਸੀਫਿਕਲੀ ਵੀਡੀਓ ਕੋਈ ਸਪੈਸੀਫਿਕਲੀ ਇਨਵਾਈਟ ਕੀਤਾ, ਇਨਕਲੂਡਿੰਗ ਅਸੀਂ ਕਾਂਗਰਸ ਇਨਵਾਈਟ ਕਰਦੇ ਆ ਕਿ ਆਪਾਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਮਿਲੀਏ ਤੇ ਉਹਨੂੰ ਕੋਈ ਇੰਟਰਵੀਨ ਕਰਕੇ ਕਰੇ। ਠੀਕ ਹੈ। ਦੂਸਰੀ ਗੱਲ ਮੈਂ ਜਿਹੜੀ ਕਹਿਣੀ ਚਾਹੁੰਦਾ ਹੈਗਾ, ਇਹ ਸਿਰਫ ਪੰਜਾਬ ਦੇ ਐਮਪੀ ਰਾਜਨੀਤੀ ਖੇਡ ਰਹੇ ਨੇ। ਮੈਂ ਕਹਿੰਦਾ ਇੱਕ ਦਿਨ ਇਹ ਸਾਡੇ ਨਾਲ ਨਾ ਖੜਨ, ਸਾਰੇ 49 ਦੇ 49, 51 ਦੇ 51 ਸਣੇ ਮੈਡਮ ਸੋਨੀਆ ਗਾਂਧੀ, ਸਣੇ ਰਾਹੁਲ ਗਾਂਧੀ, ਸਾਰੀ ਟੀਮ ਉੱਥੇ ਪਾਰਲੀਮੈਂਟ ਦੇ ਬਾਹਰ ਖੜੇ ਹੋ ਕੇ ਬਿੱਲਾਂ ਦੇ ਉਲਟ ਨਾਰਾ ਲਾਵੇ। ਨਹੀਂ, ਇਹ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹ ਇਹਨਾਂ ਦੀ ਪਾਰਟੀ ਨਾ ਜੀ। ਤੁਸੀਂ ਇੱਕ ਗੱਲ ਬੜੀ ਸਪਸ਼ਟ ਆਪਣਾ ਗੌਰਵ ਜੀ, ਇਹ ਸਿਰਫ ਪੰਜਾਬ ਦੇ ਕਾਂਗਰਸ ਦੇ ਐਮਪੀਆਂ ਤੋਂ ਬਿਨਾਂ ਦੂਜੇ ਤਾਂ ਐਮਪੀ ਬਿੱਲ ਨੂੰ ਸਪੋਰਟ ਕਰਦੇ ਨੇ ਇਹਨਾਂ ਦੇ। ਚਲੋ ਮੈਂ ਇੱਕ ਰਿਐਕਸ਼ਨ ਲੈਣਾ, ਤੁਸੀਂ ਅਪੋਜ਼ ਕਰਦੇ ਆ। ਠੀਕ ਹੈ, ਮੈਂ ਰਿਐਕਸ਼ਨ ਲੈਣਾ। ਗੱਲ ਹੈ ਗੌਰਵ ਜੀ, ਦੇਖੋ ਪੁਆਇੰਟ ਇਹ ਹੈ ਕਿ ਜਦੋਂ ਰਾਸ਼ਟਰਪਤੀ ਨੂੰ ਮੁਲਾਕਾਤ ਕਰਨ ਗਏ ਨੇ ਉਦੋਂ ਵੀ ਕਾਂਗਰਸੀ ਨਾਲ ਨਹੀਂ ਸੀ। नहीं गौरव जी, कोई देखो एवं गलत गल कर रहे हैं, कोई किसी को इनविटेशन नहीं है। मेरी औजला जी ना इत्थों एमपी ने, डिंपा जी, असीं सारिआं नूं मिलदे हां, सारी गलबात होंदी है इस विषय ते, अक्सर ही साडीआं गल्लां होंदियां रहिंदियां ने। कोई इनविटेशन नहीं गया, उल्टा इन्हां नूं मीटिंग दी कॉल करी दी, ये नहीं आउंदे। सो एवं गल करदे नहीं, नैशनल टीवी ते चंगी नहीं लगदी। मैं ते कह रहा जी, जिहड़ा काम पार्लीमेंट च होना, जिहड़े बिल उत्थे रद्द होने आ, ਉੱਥੇ ਆਪਾਂ ਸਾਫ਼ ਮਨੋ ਅੱਜ ਵੀ ਤੁਸੀਂ ਨਹੀਂ ਹੈਗੇ, ਅਸੀਂ ਤੇ ਕਹਿ ਰਹੇ ਹਾਂ ਕਿ ਉਹ ਰਲ ਕੇ ਆਪਾਂ ਕਰੀਏ ਸਾਰੀ। ਹੁਣ ਤੇ ਸੀਐਮ ਸਾਹਿਬ ਨੇ ਵੀ ਚਿੱਠੀ ਲਿਖੀ ਹੈ, ਟਾਈਮ ਹੋ ਗਿਆ। ਮੈਂ ਮੋਦੀ ਸਾਹਿਬ ਕੋ ਮੈਂ ਕਹਿੰਦਾ ਕਿ ਵੱਡੇ ਬਾਦਲ ਸਾਹਿਬ ਕਿੱਥੇ ਨੇ? ਜਿੱਥੇ ਬੀਜੇਪੀ ਕਹਿੰਦੀ ਕਿ ਇਹਨਾਂ ਦਾ ਅੱਜ ਵੀ ਪੰਜਾਬ ਦੀ ਲੀਡਰਸ਼ਿਪ ਬੀਜੇਪੀ ਦੀ ਜਿਹੜੇ ਐਕਸ ਮਿਨਿਸਟਰ ਉਹਨਾਂ ਨੇ ਕਈ ਵਾਰੀ ਕਿਹਾ, ਅਸੀਂ ਵੀ ਜਾਣਦੇ ਹਾਂ ਕਿ ਬੜਾ ਸਨਮਾਨ ਹੈ ਮੋਦੀ ਸਾਹਿਬ ਕਰਦੇ ਵੱਡੇ ਬਾਦਲ ਸਾਹਿਬ ਦਾ, ਤੇ ਵੱਡੇ ਬਾਦਲ ਸਾਹਿਬ ਇਨੀਸ਼ੀਏਟ ਕਰਨ, ਅਸੀਂ ਪਿੱਛੇ ਲੱਗਣ ਨੂੰ ਤਿਆਰ ਹਾਂ। ਵੱਡੇ ਬਾਦਲ ਸਾਹਿਬ ਲੈਣ ਟਾਈਮ ਮੇਰੇ ਐਕਸ਼ਨ ਲੈਣਾ। ਗਰੇਵਾਲ ਸਾਹਿਬ ਹੁਣ ਪੁਆਇੰਟ ਘੁੰਮ ਕੇ ਫਿਰ ਉੱਥੇ ਆ ਗਏ। ਗਰੇਵਾਲ ਸਾਹਿਬ ਇਹ ਜੀ ਵੱਡੇ ਬਾਲ ਸਾਹਿਬ ਨੂੰ ਇੱਕ ਆਪਣਾ ਫਾਰਮਲ ਭੇਜ ਦੇਣ ਰਿਕੁਐਸਟ। ਬਾਲ ਸਾਹਿਬ ਕਿਸਾਨੀ ਮਾਮਲੇ ਤੇ ਲੀਡ ਕਰਨ ਨੂੰ ਬਿਲਕੁਲ ਤਿਆਰ ਹੈ, ਭਾਵੇਂ ਉਹਨਾਂ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ। ਕਿਸਾਨ ਦੇ ਮਸਲੇ ਲਈ ਸਾਡੀ ਕੋਈ ਈਗੋ ਨਹੀਂ, ਸਾਡਾ ਕੋਈ ਜ਼ਿੱਦ ਨਹੀਂ, ਸਾਡਾ ਕੋਈ ਰੋਸ ਨਹੀਂ ਕਿਸੇ ਗੱਲ ਦਾ, ਸਾਰੇ ਭੁਲਾ ਕੇ ਕਰਾਂਗੇ। ਪਰ ਇਹਨਾਂ ਨੂੰ, ਇਹਨਾਂ ਦੀ ਸਾਰੀ ਲੀਡਰਸ਼ਿਪ ਨੂੰ, ਉਸ ਲਈ ਓਨੈਸਟਲੀ ਮੈਂ ਅੱਜ ਵੀ ਕਹਿੰਦਾ ਇਹਨਾਂ ਨੂੰ, ਖੁੱਲਰ ਸਾਹਿਬ ਨੂੰ, ਕਿਉਂਕਿ ਇਹਨਾਂ ਤੋਂ ਵਿਚਾਰਿਆਂ ਤੋਂ ਉੱਥੇ ਮੈਸੇਜ ਨਹੀਂ ਦੇ ਹੋਣਾ ਕਿ ਕੱਲ ਨੂੰ 9 ਤਰੀਕ ਨੂੰ ਸੈਸ਼ਨ ਮੁੱਕਣਾ। ਰਾਹੁਲ ਗਾਂਧੀ ਜੀ ਸਾਰੀ ਟੀਮ ਲੈ ਕੇ 49 ਦੇ 49 ਮੈਂਬਰ ਪਾਰਲੀਮੈਂਟ, ਚਲੋ ਮੈਡਮ ਸੋਨੀਆ ਦੀ ਸਿਹਤ ਠੀਕ ਨਹੀਂ ਰਹਿੰਦੀ, ਉਹ ਜਾਂਦੇ ਨਹੀਂ, 49 ਦੇ 49 ਪਾਰਲੀਮੈਂਟ ਦੇ ਬਾਹਰ ਖੜਨ, ਬਿੱਲ ਨੂੰ ਅਪੋਜ਼ ਕਰਨ, ਬਿੱਲ ਦੇ ਉਲਟ ਨਾਰੇ ਲਾਉਣ, ਬਿੱਲ ਦੀ ਰਿਜੈਕਸ਼ਨ ਡਿਮਾਂਡ ਕਰਨ। ਕਾਂਗਰਸ ਦੀ ਨੀਅਤ ਤੇ ਕਿਉਂ ਫਰਕ ਅਸਰ ਨਜ਼ਰ ਆਉਂਦਾ ਹੈ? ਉਹ ਤਾਂ ਲਗਾਤਾਰ ਵਿਰੋਧ ਕਰ ਰਹੇ ਨੇ, ਪੰਜਾਬ 'ਚ ਵੀ ਵਿਰੋਧ ਹੋ ਰਿਹਾ, ਉੱਥੇ ਵੀ ਹੋ ਰਿਹਾ, ਰਾਹੁਲ ਗਾਂਧੀ ਵਿਰੋਧ ਕਰਦੇ ਰਹੇ। ਗੌਰਵ ਜੀ ਮੇਰੀ ਗੱਲ ਸੁਣੋ, ਬੜੀ ਹੈਰਾਨੀ ਦੀ ਗੱਲ ਹੈ, ਤੁਸੀਂ ਐਡੇ ਸਿਆਣੇ ਤੇ ਸੀਨੀਅਰ ਜਰਨਲਿਸਟ ਇਹ ਗੱਲ ਕਵੇ, ਫਿਰ 2011 'ਚ ਇਹੀ ਬਿੱਲ ਪਾਸ ਕਿਉਂ ਕਰਾਉਂਦੇ ਪਏ ਸੀ? 2019 ਦੇ ਚੋਣ ਮੈਨੀਫੈਸਟੋ 'ਚ ਇਹ ਗੱਲ ਕਿਉਂ ਲਿਖਦੇ ਪਏ ਸੀਗੇ? 2017 ਦੇ ਪੰਜਾਬ ਦੇ ਮੈਨੀਫੈਸਟੋ 'ਚ ਇਹ ਗੱਲ ਕਿਉਂ ਲਿਖਦੇ ਪਏ ਸੀਗੇ? ਪ੍ਰੋਬਲਮ ਇਹ ਹੈ ਕਿ ਸਿਰਫ ਵਿਰੋਧ ਫॉर ਦੀ ਸੇਕ ਆਫ ਵਿਰੋਧ ਚੱਲ ਰਿਹਾ ਹੈਗਾ, ਨਾ ਕਿ ਐਕਚੁਅਲੀ ਇਹ ਇੰਟਰਸਟਿਡ ਹੈ ਕਿ ਇਹ ਗੌਰਵ ਜੀ 2013 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਸਰਕਾਰ ਬਿੱਲ ਲੈ ਕੇ ਆਈ। ਮੈਂ ਪ੍ਰੋਸੀਡਿੰਗ ਭੇਜ ਦੇਣਾ, ਜਿਹਨਾਂ ਨੇ ਸਜ਼ਾ ਦਾ ਪ੍ਰਾਵਧਾਨ ਰੱਖਿਆ, ਸਾਰਾ ਕੁਝ ਕੀਤਾ। ਇਹਨਾਂ ਦੇ ਕਿੱਡੇ ਬੀਜੇ ਨੇ, ਮੇਰੀ ਗੱਲ ਸੁਣ ਲਓ, ਇਹ ਗੱਲ ਯੂਪੀਏ ਤੇ ਸੁੱਟ ਰਹੇ ਨੇ ਗਰੇਵਾਲ ਸਾਹਿਬ ਕਿ ਇਹਨਾਂ ਨੇ ਕਾਂਗਰਸ ਰਾਜ ਸਭਾ ਵਿੱਚ ਜਿਆਦੇ ਬਿੱਲ ਮੰਡੀਆਂ ਦੀ ਮਜ਼ਬੂਤੀ ਦੀ ਗੱਲ ਕੀਤੀ ਹੈ। ਕੀ ਕਰਕੇ ਸਰ, ਕੀ ਕਰਕੇ ਲੋਕਾਂ ਨੂੰ ਸਮਝ ਆਵੇ? ਵਾਕਆਊਟ ਕਿਉਂ ਕੀਤਾ ਰਾਜ ਸਭਾ ਚੋਂ? ਠੀਕ ਹੈ, ਰਾਜ ਸਭਾ 'ਚ ਪਹਿਲੀ ਗੱਲ ਤੇ ਅਸੀਂ ਉਹਦਾ ਮੁੱਦਾ ਚੁੱਕਿਆ ਕਿ ਕੋਈ ਵੋਟਿੰਗ ਹੋਈ ਨਹੀਂ, ਕੋਈ ਵੋਟਿੰਗ ਉੱਥੇ ਅਸੀਂ ਤੇ ਵਿਰੋਧ ਕਰ ਰਹੇ ਹਾਂ, ਕੋਈ ਵੋਟਿੰਗ ਦਾ ਜਰੀਆ ਨਹੀਂ ਸੀ, ਕੋਈ ਵਿਰੋਧ ਦੇ ਤੌਰ ਤੇ ਤੁਸੀਂ ਦੂਜੀ ਗੱਲ ਲਈਏ, ਤੁਸੀਂ ਵਾਇਸ ਵੋਟ ਲਈਏ ਹਾਜ਼ਰ ਹੁੰਦੇ, ਅਸੀਂ ਵਿਰੋਧ ਕੀਤਾ, ਵਾਇਸ ਵੋਟ ਦਿੱਤੀ, ਅਸੀਂ ਦਿੱਤੀ ਆ, ਅਸੀਂ ਵੋਟ ਦੇ ਕੇ ਤੁਹਾਡਾ ਲਿਖ ਕੇ ਵਾਕਆਊਟ ਕੀਤਾ ਵਾ, ਅਸੀਂ ਉਹਦੇ ਤੇ ਗੱਲ ਕੀਤੀ ਹੈ। ਤੁਹਾਡਾ ਲੀਡਰ ਉਸ ਵੇਲੇ ਲਿਖ ਕੇ ਦਿੰਦਾ, ਲੀਡਰ ਲਿਖ ਕੇ ਦਿੰਦਾ ਕਿ ਅਸੀਂ ਵੋਟਿੰਗ ਕਰਾਓ, ਅਸੀਂ ਵੋਟਿੰਗ ਲਈ ਤਿਆਰ ਹਾਂ। ਯੂ ਕੈਪਟ ਮਮ, ਤੁਸੀਂ ਬੋਲੇ ਨਹੀਂ ਜੇ ਇੱਥੇ ਚੌਂਕੀਦਾਰ ਤੇ ਚੋਰ ਰਲੇ ਹੋਏ ਨੇ। ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਬੜੇ ਚੌਂਕੀਦਾਰ ਤੇ ਚੋਰ ਰਲੇ ਹੋਏ ਨੇ। ਐਕਚੁਅਲੀ ਵਿੱਚੋਂ ਕਾਂਗਰਸ ਖੁਸ਼ ਹੈ, ਵਿੱਚੋਂ ਕਾਂਗਰਸ ਖੁਸ਼ ਹੈ ਕਿ ਜਿਹੜਾ ਕੰਮ ਅਸੀਂ ਕਰਨਾ ਚਾਹੁੰਦੇ ਸੀ ਉਹ ਮੋਦੀ ਨੇ ਕਰਤਾ। ਚਲੋ ਇਹ ਇਸੇ ਤਰ੍ਹਾਂ ਹੀ ਚੱਲਦਾ ਰਹੇ। ਐ ਕਰੋ, ਇਹਨਾਂ ਨੂੰ ਕਹੋ ਜੀ, ਮੈਂ ਆਪਣਾ ਸ਼ੁਕਲਾ ਜੀ, ਮੈਂ ਇੱਕੋ ਬੇਨਤੀ
ਬੇਨਤੀ ਕਰਦਾ ਖੁੱਲਰ ਸਾਹਿਬ ਨੂੰ, ਸਰ ਨਾ ਭੜਕਾਈਏ ਲੋਕਾਂ ਨੂੰ, ਲੋਕਾਂ ਨੂੰ ਸਮਝ ਆਵੇ, ਗੱਲ ਕਰੀਏ। ਮੈਂ ਇੱਕੋ ਗੱਲ ਕਹਿਣਾ ਖੁੱਲਰ ਸਾਹਿਬ ਨੂੰ ਕਿ ਖੁੱਲਰ ਸਾਹਿਬ ਬੈਠੇ ਆ ਤੁਹਾਡੇ ਚੈਨਲ ਤੇ, ਅੱਜ ਇਹ ਕਹਿ ਦੇਣ ਸੈਪਟੰਬਰ ਵਾਲਾ ਸੈਸ਼ਨ ਹੋਣਾ, ਇਹ ਕਹਿ ਦੇਣ ਕਿ ਅਸੀਂ ਜਿਹੜਾ APMC ਐਕਟ ਵਿੱਚ ਜਿਹਦੇ 'ਚ ਪ੍ਰਾਈਵੇਟ ਮੰਡੀਆਂ ਅਲਾਉ ਕੀਤੀਆਂ 2017 'ਚ, ਜਿਹੜੇ ਆ ਬਿੱਲਾਂ ਦੀਆਂ ਹੁਣ ਅਮੈਂਡਮੈਂਟ ਕੀਤੀਆਂ, ਇਹ ਸਤੰਬਰ ਵਾਲੇ ਸੈਸ਼ਨ ਸਾਰੀਆਂ ਸਕ੍ਰੈਪ ਕਰ ਦੇਣਗੇ, ਇਹਨਾਂ ਦੀ ਇੰਟੈਂਸ਼ਨ ਦਾ ਪਤਾ ਲੱਗ ਜਾਊਗਾ। ਨਹੀਂ ਪਰ ਗਰੇਵਾਲ ਸਾਹਿਬ ਚਲੋ ਪ੍ਰਿੰਸ ਕੁਲਰ ਜੀ ਲਾਗੂ ਕਿਉਂ ਨਹੀਂ ਤੁਸੀਂ ਕਰਦੇ ਕਿਉਂ ਨਹੀਂ, ਕਰਦੇ ਕਿਉਂ ਨਹੀਂ? ਡੋਂਟ ਪਲੇ ਡਬਲ ਗੇਮ। ਹੈ ਹੀ ਨਹੀਂ ਆ ਜਿਹੜਾ ਕੋਈ ਹੈ ਹੀ ਨਹੀਂ ਹੈ, ਤੇ ਤੁਸੀਂ ਕਰਕੇ ਗਏ ਸੀ ਉਹ ਅਸੀਂ ਰੱਦ ਕੀਤੇ ਨੇ। ਤੁਸੀਂ 13 ਚ ਜਿਹੜੇ ਮੈਂ ਤੁਹਾਨੂੰ ਨੋਟੀਫਿਕੇਸ਼ਨ ਪ੍ਰੋਸੀਡਿੰਗ ਦੀਆਂ ਵਿਧਾਨ ਸਭਾ ਦੀਆਂ ਕਾਪੀਆਂ ਭੇਜ ਦੇਣਾ ਗੌਰਵ ਜੀ। ਸੋ ਐਵੇਂ ਗੱਲ ਕਰੀ ਜਾਂਦੇ ਹੈ ਗਿਆ ਖੁੱਲਰ ਸਾਹਿਬ, ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਅਸੀਂ ਇਹ ਨਹੀਂ ਕੀਤਾ, ਅਸੀਂ ਇਹ ਨਹੀਂ ਕਿਹਾ। ਮੈਂ ਵਾਪਸ ਪੁਆਇੰਟ ਤੇ ਆਉਣਾ ਸਰ, ਮੈਂ ਵਾਪਸ ਪੁਆਇੰਟ ਤੇ ਆਉਣਾ, ਆਪਾਂ ਵਾਪਸ ਪੁਆਇੰਟ ਤੇ ਆਉਂਦੇ ਹਾਂ। ਪ੍ਰਿੰਸ ਕੁਲਰ ਜੀ ਦੇਖੋ, ਇੱਕ ਤਾਂ ਗੱਲ ਹੋ ਰਹੀ ਹੈ ਕਿ ਜਿਹੜੀਆਂ ਰਾਜ ਸਭਾ ਦੇ ਵਿੱਚ ਵਾਕਆਊਟ ਕੀਤਾ ਗਿਆ ਜਦੋਂ ਇਹ ਬਿੱਲ ਪਾਸ ਕੀਤੇ ਜਾ ਰਹੇ ਸੀ, ਉਸ ਦੇ ਉੱਤੇ ਤਾਂ ਆਪਣੇ ਤਰਕ ਨੇ, ਅਕਾਲੀ ਦਲ ਦੇ ਆਪਣੇ ਤਰਕ ਨੇ। ਹੁਣ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਇਕੱਠੇ ਕਿਵੇਂ ਹੋਵੋਗੇ, ਕਿ ਕੋਈ ਹੈ ਐਸੀ ਤਰਕੀਬ ਜਿਸ ਨੂੰ ਲਗਾ ਕੇ ਵਿਰੋਧੀ ਇਕੱਠੇ ਹੋ ਜਾਣ, ਕਿ ਸਰਕਾਰ ਤੇ ਦਬਾਅ ਤਾਂ ਦੇਖੋ ਤਾਂ ਹੀ ਬਣੇਗਾ ਕਿ ਲੋਕਤੰਤਰ ਦੇ ਵਿੱਚ ਜੇ ਵਿਰੋਧੀ ਧਿਰਾਂ ਕਮਜ਼ੋਰ ਨੇ ਤਾਂ ਫਿਰ ਹਾਕਮ ਧਿਰ ਆਪਣੇ ਆਪ ਸਟਰੋਂਗ ਹੋ ਜਾਂਦੀ ਹੈ। ਗੌਰਵ ਜੀ, ਮੈਂ ਤੁਹਾਨੂੰ ਬੜੇ ਇੱਕ ਜ਼ਿੰਮੇਵਾਰੀ ਨਾਲ ਇੱਕ ਗੱਲ ਕਹਿ ਰਿਹਾ, ਕਾਂਗਰਸ ਪਾਰਟੀ ਦੀਆਂ ਇੰਟੈਂਸ਼ਨ ਸਾਫ਼ ਨੇ। ਇਹ ਜਿਹੜੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਅੱਜ ਤੁਸੀਂ ਬਿਠਾਇਆ, ਇਹ ਅੱਜ ਵੀ ਉਹਨਾਂ ਦਾ ਪਾਰਟ ਹੈਗੇ ਨੇ ਬੀਜੇਪੀ ਦਾ। ਇਹ ਸਿਰਫ ਲੋਕ ਵਿਖਾਵੇ ਲਈ ਵੱਖਰੇ ਹੋਏ ਨੇ, ਇਹ ਨਹੀਂ ਇਕੱਠੇ ਹੋ ਸਕਦੇ ਕਾਂਗਰਸ ਦੇ ਨਾਲ। ਜਿੰਨਾ ਤੁਸੀਂ ਗਾਲਾਂ ਕਿਉਂ ਨਹੀਂ ਕੱਢੀਆਂ ਮੋਦੀ ਸਰਕਾਰ ਨੂੰ? ਇਹ ਤੁਸੀਂ ਜੋ ਮਰਜ਼ੀ ਗਾਲਾਂ ਕਰੀ ਜਾਣ, ਜੋ ਮਰਜ਼ੀ ਗੌਰਵ ਜੀ ਗਰੇਵਾਲ ਸਾਹਿਬ ਇੱਥੇ ਕਹੀ ਜਾਣ ਟੀਵੀ ਤੇ, ਲੋਕਾਂ ਨੂੰ ਸਭ ਪਤਾ ਵਾ, ਸਾਰੀ ਜਨਤਾ ਜਾਣਦੀ ਆ ਕੌਣ ਬਿੱਲਾਂ ਦੇ ਹੱਕ 'ਚ ਸੀ, ਕੌਣ ਵਿਰੋਧ 'ਚ ਆ, ਕਿੰਨੇ ਵਿਰੋਧ ਕੀਤਾ, ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਅੱਜ ਕੱਲ੍ਹ ਲੋਕ ਬਹੁਤ ਸਿਆਣੇ ਨੇ, ਕਿਸਾਨ ਜਥੇਬੰਦੀਆਂ ਬਹੁਤ ਸਿਆਣੀਆਂ ਨੇ, ਸਾਰੇ ਜਨਤਾ ਦੇਖਦੀ ਹੈ। ਅੱਜ ਉਹ ਟਾਈਮ ਨਹੀਂ ਹੈਗਾ ਕਿ ਕਿਸਾਨ ਜਥੇਬੰਦੀਆਂ ਸਾਰੇ ਬਹੁਤ ਸਿਆਣੇ ਨੇ, ਉਹਨਾਂ ਨੂੰ ਸਮਝ ਆ ਰਿਹਾ ਹੋਏਗਾ ਕਿ ਇਹ ਤਕਰਾਰ ਦੇ ਵਿੱਚ ਸਾਡਾ ਤਾਂ ਕੋਈ ਫਾਇਦਾ ਨਹੀਂ ਹੋ ਰਿਹਾ। ਬਿਲਕੁਲ ਨੁਕਸਾਨ ਪਰ ਇਹ ਹੁਣ ਇਹਨਾਂ ਨੂੰ ਸੋਚਣਾ ਚਾਹੀਦਾ ਇਸ਼ੂ ਦਾ। ਐਂਡ ਰਿਸਪੌਂਸਿਬਲ ਕਾਂਗਰਸ, ਸਿੰਪਲ ਕਾਂਗਰਸ, ਇਹਨਾਂ ਨੂੰ ਭਿਣਕ ਪੈ ਗਈ ਗਰੇਵਾਲ ਸਾਹਿਬ ਕਿ ਗਵਰਨਮੈਂਟ ਕੁਛ ਨਾ ਕੁਛ ਕਰਨ ਨੂੰ ਫਿਰਦੀ ਹੈ। ਇਹਨਾਂ ਨੇ ਕਿਹਾ ਕਿ ਇਹ ਨਾ ਹੋ ਜਾਏ ਕਿ ਇੱਕ ਆਪੋਜੀਸ਼ਨ ਇਕੱਠੀ ਹੈ ਤੇ ਚੇਂਜ ਨਾ ਕਰ ਦੇਣ, ਉਹਦੇ ਬ੍ਰੇਕਾਂ ਲਾਈਆਂ ਨੇ ਇਹਨਾਂ ਨੇ ਬ੍ਰੇਕਾਂ ਉਹਦੇ ਤੇ ਲਾਈਆਂ। ਸਾਨੂੰ ਕਿਸੇ ਦਾ ਕੋਈ ਡਰ ਨਹੀਂ। ਸਭ ਤੋਂ ਪਹਿਲਾਂ ਪੰਜਾਬ ਸੂਬਾ ਸੀ ਜਿਹਨੇ ਸੈਸ਼ਨ ਬੁਲਾ ਕੇ ਅਸੀਂ ਰੱਦ ਕੀਤੇ, ਸੀਐਮ ਸਾਹਿਬ ਖੜੇ ਇਹ ਕਿਸਾਨੀ ਬਿੱਲਾਂ ਦੇ ਵਿਰੁੱਧ। ਪੰਜਾਬ ਪਹਿਲਾਂ ਤੁਸੀਂ ਪੰਜਾਬ ਦਾ ਜੀ ਖਿੱਲਰ ਸਾਹਿਬ ਜੋ ਨੁਕਸਾਨ ਕਾਂਗਰਸ ਨੇ ਕਰਤਾ ਪੰਜਾਬ ਦਾ, ਤਾਂ ਪਾਕਿਸਤਾਨ ਵੀ ਇਹਨਾਂ ਨੂੰ ਕਰਦਾ ਜਿੰਨਾ ਪੰਜਾਬ ਦਾ ਤੁਸੀਂ ਕਰਤਾ। 10 ਸਾਲ ਤੁਸੀਂ ਕੀਤਾ ਨਾ, ਜੋ ਤੁਸੀਂ 10 ਸਾਲ ਕੀਤਾ ਉਹਦਾ ਸਿਲਾ ਤੁਹਾਨੂੰ 17 ਚ ਮਿਲਿਆ, ਗਾਂ ਵੀ ਮਿਲ ਜਾਏਗਾ। ਠੀਕ ਹੈ, ਚਲੋ ਮੈਂ ਆਪਾਂ ਇਸ ਨੂੰ ਵਾਈਂਡ ਅਪ ਕਰੀਏ। ਮੈਂ ਇੱਕ ਰਿਐਕਸ਼ਨ ਤੁਹਾਡਾ ਜ਼ਰੂਰ ਲਵਾਂਗਾ। ਗਰੇਵਾਲ ਸਾਹਿਬ, ਸ਼ੁਰੂਆਤ ਤੁਹਾਡੇ ਤੋਂ। ਜੇ ਕਿਸੇ ਹੋਰ ਆਗੂ ਨੂੰ ਲੀਡ ਕਰਨ ਦੇ ਲਈ ਕਿਹਾ ਜਾਂਦਾ ਹੈ, ਫੋਰ ਐਗਜ਼ਾਮਪਲ ਸ਼ਰਦ ਪਵਾਰ ਹੈਗੇ ਨੇ, ਤਾਂ ਕੀ ਅਕਾਲੀ ਦਲ ਅਜਿਹੀਆਂ ਮੀਟਿੰਗਾਂ 'ਚ ਪਹੁੰਚੇਗਾ ਜਿੱਥੇ ਕਾਂਗਰਸ ਪਹੁੰਚੀ ਹੋਵੇ, ਰਾਹੁਲ ਗਾਂਧੀ ਪਹੁੰਚੇ ਹੋਣ, ਔਰ ਇਕੱਠੇ ਜਿੱਥੇ ਪ੍ਰੋਟੈਸਟ ਹੋ ਰਿਹਾ ਹੋਵੇ ਉੱਥੇ ਜਾ ਕੇ ਖੜਨਗੇ? ਸ਼ਰਦ ਪਵਾਰ ਜੀ ਜਿੱਥੇ ਮਰਜ਼ੀ ਇਨਵਾਈਟ ਕਰਨ, ਅਕਾਲੀ ਦਲ ਓਪਨਲੀ ਜਾਊਗਾ ਵਿਦਆਊਟ ਹੈਜ਼ਿਟੇਸ਼ਨ ਕਿਸਾਨ ਮੁੱਦੇ ਤੇ, ਵਿਦਆਊਟ ਰਿਜ਼ਰਵੇਸ਼ਨ, ਖੁੱਲੀ ਚਿੱਟੀ ਗੱਲ ਕਰੂਗਾ। ਅਸੀਂ ਕਾਂਗਰਸ ਨੂੰ ਕ੍ਰੋਕੋਡਾਈਲ ਟੀਅਰ ਨਹੀਂ ਸੁੱਟਣ ਦੇਣੇ। ਕਾਨੂੰਨ ਵਾਲੇ ਹੱਕ ਵਾਲੀ ਪਾਰਟੀ ਦੇ ਨਾਲ ਸਾਥ ਦੇ ਕੇ ਅਸੀਂ ਜੱਟ ਮਰਵਾਉਣੇ ਨਹੀਂ ਗਏ, ਕਿਸਾਨ ਮਰਵਾਉਣਾ ਨਹੀਂ। ਇਹ ਤਾਂ ਖੁਸ਼ ਨੇ। ਠੀਕ ਹੈ, ਚਲੋ ਕਿ ਜਿਹੜਾ ਕੰਮ ਖੁੱਲਰ ਸਾਹਿਬ ਇੱਕ ਲਾਸਟ ਸਟੇਟਮੈਂਟ ਤੁਹਾਡੀ। ਖੁੱਲਰ 600 ਤੋਂ ਉੱਤੇ ਬੰਦਾ ਮਰ ਗਿਆ, ਤੁਸੀਂ ਮਗਰਮੱਛ ਦੀ ਨਹੀਂ ਨਾ ਹੋ ਰਹੇ, ਗੱਲ ਤਾਂ ਉਹੀ ਪ੍ਰੋਬਲਮ ਹੈ। ਤੁਸੀਂ 600 ਲਈ ਕੀ ਕੀਤਾ? ਨੌਕਰੀ ਦਿੱਤੀ ਹੈ, ਮੁਆਵਜ਼ਾ ਦਿੱਤਾ, ਨੌਕਰੀ ਦੇਣ ਜਾ ਰਹੇ ਕਰ ਦੋ ਨਾ ਕਿਸੇ ਨੂੰ ਮੁੜੇ। ਇੱਕ ਵੀ ਨਾਮ ਲਾਓ, 10 ਕਰੋੜ ਦਾ ਮੁਆਵਜ਼ਾ ਜਿਹਨੂੰ ਨੌਕਰੀ ਦਿੱਤੀ, 220 ਬੰਦਿਆਂ ਦੀ 220 ਬੰਦਿਆਂ ਦੀ ਪਾਲਿਸੀ ਬਣ ਗਈ, ਤੁਹਾਨੂੰ ਦੇ ਦੇਵਾਂਗੇ ਲਿਸਟ ਗਰੇਵਾਲ ਸਾਹਿਬ। ਐਵੇਂ ਨਹੀਂ ਦਿਓ ਨਾ, ਦਿਓ 600 ਕਹਿ ਰਹੇ ਹੋ ਨਾ, 600 ਕਹਿ ਰਹੇ ਹੋ। ਮੈਂ ਕਿਹਾ 550 220 ਦੀ ਲਿਸਟ ਕਾਹਦੇ ਲਈ? ਕਿਸਾਨਾਂ ਦੀ ਗੱਲ ਆ, ਇਹ 600 ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਰਹੇ ਸੀ, ਜੋ ਆਇਡੈਂਟੀਫਾਈ ਕੀਤੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਰਹੇ ਆ, ਜਿਹੜੇ ਮਰੇ ਦਿੱਲੀ ਸੀ ਉੱਥੇ ਬਾਰੇ ਸਾਨੂੰ 10 ਲੱਖ ਕੁਝ ਨਹੀਂ ਨੌਕਰੀ ਦੇਵਾਂਗਾ, ਕਿਹਨੂੰ ਦਿੱਤੀ? ਐ ਨਾ ਕਰੋ। ਚਲੋ ਠੀਕ ਹੈ, ਜੋ ਸਾਡੀ ਸਹਾਇਤਾ ਸਰਕਾਰ ਦੀ ਉਹ ਤੋਂ ਵੱਧ ਕਰ ਰਹੇ ਆ। ਚਲੋ ਮੇਰੇ ਕੋਲ ਸਮਾਂ ਖਤਮ ਹੋ ਰਿਹਾ। ਬਹੁਤ ਬਹੁਤ ਧੰਨਵਾਦ ਖੁੱਲਰ ਸਾਹਿਬ ਤੁਹਾਡਾ ਵੀ, ਤੇ ਗਰੇਵਾਲ ਸਾਹਿਬ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਟਕਰਾਰ ਦੇ ਉੱਤੇ ਬੇਸ਼ੱਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਰਵਨੀਤ ਬਿੱਟੂ ਅਤੇ ਹਰਸਿਮਰਤ ਕੌਰ ਬਾਦਲ ਦੇ ਵਿਚਾਲੇ ਸੰਸਦ ਭਵਨ ਦੇ ਬਾਹਰ ਹੋਈ ਹੈ, ਪਰ ਸਵਾਲ ਜੋ ਸ਼ੁਰੂਆਤ ਦੇ ਵਿੱਚ ਸੀ ਉਹ ਆਖਿਰ ਦੇ ਵਿੱਚ ਵੀ ਉਸ ਤਰੀਕੇ ਨਾਲ ਹੀ ਖੜਾ ਹੈ। ਸਵਾਲ ਇਹ ਹੈ ਕਿ ਆਖਿਰ ਵਾਕਈ ਇਸ ਦੇ ਨਾਲ ਕਿਸ ਦਾ ਫਾਇਦਾ ਹੋਇਆ, ਖਾਸ ਤੌਰ ਤੇ ਕਿਸਾਨੀ ਅੰਦੋਲਨ ਦਾ ਕੋਈ ਫਾਇਦਾ ਹੋਇਆ? ਜੋ ਮੈਂ ਵਿਚਾਲੇ ਜ਼ਿਕਰ ਕੀਤਾ ਸੀ ਚਰਚਾ ਦੇ ਕਿ ਲੋਕਤੰਤਰ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਾਂ ਜਿਹੜਾ ਆਪੋਜੀਸ਼ਨ ਹੈ ਉਹ ਮਜ਼ਬੂਤ ਹੋਵੇ, ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਦੇ ਉੱਤੇ ਕੰਮ ਕਰਦਾ ਹੈ।
ਜਿਹੜੇ ਪੋਲੀਟੀਕਲ ਸਾਇੰਸ ਪੜ੍ਹਦੇ ਨੇ ਉਹ ਬਾਖੂਬੀ ਸਮਝਦੇ ਹੋਣਗੇ ਕਿ ਕਿਸ ਤਰੀਕੇ ਨਾਲ ਪ੍ਰੈਸ਼ਰ ਗਰੁੱਪਸ ਦਾ ਜ਼ਿਕਰ ਕੀਤਾ ਜਾਂਦਾ ਹੈ। ਖੈਰ ਜੇ ਸਪਲਿਟ ਹੋਣਗੇ, ਵਖਰੇਵੇਂ ਹੋਣਗੇ ਤਾਂ ਫਿਰ ਇਕਜੁੱਟਤਾ ਸਾਫ਼ ਨਜ਼ਰ ਨਹੀਂ ਆਣਗੇ। ਅਜਿਹੀਆਂ ਤਕਰਾਰਾਂ ਸਰਕਾਰ ਜਾਂ ਕਹੀਏ ਕਿ ਉਹ ਨੁਮਾਇੰਦਿਆਂ ਨੂੰ ਸ਼ਾਇਦ ਚੰਗੀ ਲੱਗ ਰਹੀਆਂ ਹੋਣਗੀਆਂ, ਜਿਹਨਾਂ ਨੂੰ ਲੱਗ ਰਿਹਾ ਕਿ ਇਹ ਵੱਖਰੇ ਵੱਖਰੇ ਰਹਿਣਗੇ ਤਾਂ ਫਿਰ ਕੋਈ ਗੱਲ ਨਹੀਂ। ਪਰ ਉਮੀਦ ਕਰਾਂਗੇ ਕਿ ਜੇ ਗੱਲ ਹੋ ਰਹੀ ਹੈ ਤਾਂ ਮਜ਼ਬੂਤੀ ਨਾਲ ਇਕੱਠੇ ਹੋ ਕੇ ਕਰੇ। ਇਹ ਲੋਕਤੰਤਰ ਦੇ ਲਈ ਵੀ ਚੰਗਾ ਹੋਏਗਾ ਤੇ ਇਸ ਮਜ਼ਬੂਤੀ ਦੇ ਨਾਲ ਕਿਸਾਨ ਅੰਦੋਲਨ ਨੂੰ ਸਮਾਪਤੀ ਦੇ ਵੱਲ ਵੀ ਲਿਜਾਇਆ ਜਾ ਸਕਦਾ ਹੈ। ਫਿਲਹਾਲ ਇਸ ਚਰਚਾ ਦੇ ਵਿੱਚ ਇੰਨਾ।